ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 215 ਬੱਚਿਆਂ ਦੇ ਮਿਲੇ ਅਵਸ਼ੇਸ਼। ਪ੍ਰੀਮੀਅਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਟਰੂਡੋ ਨੇ ਕੀਤਾ ਚਾਈਲਡ ਬੈਨੀਫਿਟ ਬਾਰੇ ਐਲਾਨ। ਹੁਣ ਪਰਿਵਾਰਾਂ ਨੂੰ ਮਿਲੇਗਾ ਹੋਰ ਵੀ ਫਾਇਦਾ। ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਫੜਿਆ ਨਸ਼ਾ। $1.1 ਮਿਲੀਅਨ ਦੀ ਕੀਮਤ ਦਾ ਨਸ਼ਾ ਬਰਾਮਦ। ਵੈਨਕੂਵਰ ਦੇ ਪਿਓ ਪੁੱਤ ਨੇ ਮਾਰੀ ਠੱਗੀ। $1.75 ਮਿਲੀਅਨ ਦੀ ਮਾਰੀ ਠੱਗੀ। ਕੈਨੇਡਾ ਦੇ ਵਿੱਚ ਹੋਟਲ ਇਕਾਂਤਵਾਸ ਖਤਮ ਕਰਨ ਦੀ ਉੱਠੀ ਮੰਗ। ਮਾਹਿਰਾਂ ਨੇ ਕਿਹਾ ਹੋਟਲ ਇਕਾਂਤਵਾਸ ਕਰੋ ਖਤਮ। ਬ੍ਰਿਟਿਸ਼ ਕੋਲੰਬੀਆ ਦੇ ਫਾਰਮਰ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਨੇ। ਇਸ ਦੇ ਉੱਪਰ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨੇ ਇਸ ਘਟਨਾ ਨੂੰ ਭਿਆਨਕ ਅਤੇ ਦਿਲ ਨੂੰ ਦਹਿਲਾਉਣ ਵਾਲੀ ਦੱਸਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਹਨ। ਇਹ ਰਿਮੇਨਸ ਕੈਂਪਲੂਪਸ ਦੇ ਫਾਰਮਰ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ ਮਿਲੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਇਸ ਸੰਬੰਧੀ ਸਟੇਟਮੈਂਟ ਜਾਰੀ ਕੀਤੀ ਗਈ ਹੈ। ਉਹਨਾਂ ਨੇ ਇਸ ਘਟਨਾ ਨੂੰ ਭਿਆਨਕ ਅਤੇ ਦਿਲ ਦਹਿਲਾਉਣ ਵਾਲੀ ਦੱਸਿਆ ਹੈ। ਦੱਸੀਏ ਕਿ ਚੀਫ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਅਵਸ਼ੇਸ਼ ਜਾਣੀ ਕਿ ਰਿਮੇਨਸ ਪਿਛਲੇ ਹਫ਼ਤੇ ਮਿਲੇ ਹਨ, ਜੋ ਕਿ ਗਰਾਊਂਡ ਪੈਨੀਟ੍ਰੇਟਿੰਗ ਰਡਾਰ ਸਪੈਸ਼ਲਿਸਟ ਦੀ ਮਦਦ ਦੇ ਨਾਲ ਮਿਲੇ ਹਨ। ਉਹਨਾਂ ਕਿਹਾ ਕਿ ਸਾਨੂੰ ਇਸ ਦੇ ਬਾਰੇ ਕੋਈ ਅੰਦਾਜ਼ਾ ਨਹੀਂ ਸੀ। ਉਹਨਾਂ ਨੇ ਇਹਨਾਂ ਮੌਤਾਂ ਨੂੰ ਅਨਡਾਕੂਮੈਂਟਡ ਦੱਸਿਆ। ਫਿਲਹਾਲ ਲੋਕਲ ਮਿਊਜ਼ੀਅਮ ਆਰਕੀਵਿਸਟ ਵੱਲੋਂ ਰਾਇਲ ਬ੍ਰਿਟਿਸ਼ ਕੋਲੰਬੀਆ ਮਿਊਜ਼ੀਅਮ ਦੇ ਨਾਲ ਮਿਲ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਮੌਤਾਂ ਦਾ ਕੋਈ ਰਿਕਾਰਡ ਹੈ ਜਾਂ ਫਿਰ ਨਹੀਂ, ਜਾਣੀ ਕਿ ਉਹਨਾਂ ਵੱਲੋਂ ਇਸ ਸੰਬੰਧੀ ਰਿਕਾਰਡ ਦੇ ਬਾਰੇ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਹੈ ਕਿ ਇਹਨਾਂ 215 ਬੱਚਿਆਂ ਦੇ ਵਿੱਚੋਂ ਕੁਝ ਦੀ ਉਮਰ 3 ਕੁ ਸਾਲ ਦੇ ਕਰੀਬ ਸੀ। ਬੈਂਡ ਆਫੀਸ਼ੀਅਲਸ ਦੇ ਵੱਲੋਂ ਕਮਿਊਨਿਟੀ ਮੈਂਬਰ ਅਤੇ ਆਸ-ਪਾਸ ਦੀਆਂ ਕਮਿਊਨਿਟੀਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਜਾਂਦੇ ਸਨ। ਇਸ ਸਕੂਲ ਨੂੰ 1890 ਤੋਂ ਲੈ ਕੇ 1969 ਦੇ ਵਿਚਕਾਰ ਚਲਾਇਆ ਜਾਂਦਾ ਸੀ। ਫੈਡਰਲ ਸਰਕਾਰ ਵੱਲੋਂ ਇਸ ਆਪਰੇਸ਼ਨ ਨੂੰ ਟੁੱਕ ਓਵਰ ਕੀਤਾ ਗਿਆ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਉੱਪਰ ਦ ਟਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਵੱਲੋਂ ਆਪਣੀ ਆਖਰੀ ਰਿਪੋਰਟ ਪੇਸ਼ ਕੀਤੀ ਗਈ ਸੀ, ਜੋ ਕਿ 5 ਸਾਲ ਪਹਿਲਾਂ ਪੇਸ਼ ਕੀਤੀ ਗਈ। ਉਹਨਾਂ ਵੱਲੋਂ 4000 ਪੰਨਿਆਂ ਦੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਚਾਈਲਡ ਪੇਮੈਂਟ ਬੈਨੀਫਿਟ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ $1200 ਦਾ ਵਾਧਾ ਕੀਤਾ ਗਿਆ, ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚਾਈਲਡ ਬੈਨੀਫਿਟ ਪੇਮੈਂਟ ਦੇ ਬਾਰੇ ਵਿੱਚ ਐਲਾਨ ਕੀਤਾ ਗਿਆ। ਟਰੂਡੋ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ ਨੂੰ $1200 ਵਧਾਇਆ ਜਾ ਰਿਹਾ ਹੈ। 2016 ਤੋਂ ਹੀ ਕੈਨੇਡਾ ਵਾਸੀਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। CCB ਦੇ ਤਹਿਤ ਮਿਡਲ ਕਲਾਸ ਫੈਮਲੀਜ਼ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਤਹਿਤ 4,35,000 ਬੱਚਿਆਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਪਰਿਵਾਰਾਂ ਨੂੰ ਇਸ ਦਾ ਬੈਨੀਫਿਟ ਮਿਲ ਰਿਹਾ ਹੈ, ਉਹਨਾਂ ਨੂੰ ਹੁਣ $1200 ਵੱਧ ਦਿੱਤੇ ਜਾਣਗੇ। ਇਹ ਹਰ ਉਸ ਬੱਚੇ ਦੇ ਲਈ ਹੋਣਗੇ ਜਿਸ ਦੀ ਉਮਰ 6 ਸਾਲ ਹੈ। ਇਹ ਕਦਮ ਕਰੋਨਾ ਵਾਇਰਸ ਦੇ ਦੌਰਾਨ ਚੁੱਕਿਆ ਗਿਆ ਤਾਂ ਕਿ ਪਰਿਵਾਰਾਂ ਨੂੰ ਮਦਦ ਦਿੱਤੀ ਜਾ ਸਕੇ। ਜਿਨ੍ਹਾਂ ਪਰਿਵਾਰਾਂ ਦੀ ਨੈਟ ਇਨਕਮ $1,20,000 ਹੈ ਜਾਂ ਫਿਰ ਇਸ ਤੋਂ ਘੱਟ ਹੈ, ਉਹਨਾਂ ਨੂੰ $300 ਦੀ 4 ਟੈਕਸ ਫ੍ਰੀ ਪੇਮੈਂਟ ਮਿਲਦੀ ਹੈ। ਜਿਹੜੇ ਪਰਿਵਾਰਾਂ ਦੀ ਨੈਟ ਇਨਕਮ $1,20,000 ਤੋਂ ਉੱਪਰ ਹੈ, ਉਹਨਾਂ ਨੂੰ $150 ਦੀ 4 ਟੈਕਸ ਫ੍ਰੀ ਪੇਮੈਂਟ ਮਿਲਦੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਦੌਰਾਨ ਕਈ ਪਰਿਵਾਰ ਅਤੇ ਬੱਚਿਆਂ ਨੂੰ ਸਟਰਗਲ ਕਰਨਾ ਪੈ ਰਿਹਾ ਹੈ। ਇਸ ਪੇਮੈਂਟ ਦੇ ਨਾਲ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਤਾਂ ਕਿ ਉਹ ਆਪਣੇ ਬੱਚਿਆਂ ਦੇ ਵਾਸਤੇ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਸਕਣ। ਰਜਾਇਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿੱਥੇ ਉਹਨਾਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਹੋਰ ਵੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਇਸ ਸੰਬੰਧੀ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ $1.1 ਮਿਲੀਅਨ ਦੀ ਫੈਂਟਨਲ ਬਰਾਮਦ ਕੀਤੀ ਗਈ ਹੈ। ਰਜਾਇਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿੱਥੇ ਵੱਡੀ ਮਾਤਰਾ ਦੇ ਵਿੱਚ ਉਹਨਾਂ ਵੱਲੋਂ ਨਸ਼ਾ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ $1.1 ਮਿਲੀਅਨ ਦੀ ਫੈਂਟਨਲ ਬਰਾਮਦ ਕੀਤੀ ਗਈ। ਇਸ ਸੰਬੰਧੀ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 2800 ਗ੍ਰਾਮ ਫੈਂਟਨਲ, ਜਿਸ ਦੀ ਕੀਮਤ $1.1 ਮਿਲੀਅਨ ਦੇ ਕਰੀਬ ਬਣਦੀ ਹੈ, ਬਰਾਮਦ ਕੀਤੀ ਗਈ। ਇਸ ਮਾਮਲੇ ਦੇ ਵਿੱਚ ਗੁਲੀਲ ਅਬਦਅਜ਼ੀਜ਼, ਜੋ ਕਿ ਕੈਲਗਰੀ ਦੇ ਨਾਲ ਸੰਬੰਧਿਤ ਹੈ, ਯੂਸਫ ਮੂਸ, ਜੋ ਕਿ ਮਿਸੀਸਾਗਾ ਦੇ ਨਾਲ ਸੰਬੰਧਿਤ ਹੈ,
ਅਤੇ ਅब्बास ਜੋ ਟੋਰਾਂਟੋ ਦੇ ਨਾਲ ਸੰਬੰਧ ਰੱਖਦਾ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਜਾਇਨਾ ਪੁਲਿਸ ਸਰਵਿਸ ਡਰੱਗ ਯੂਨਿਟ ਵੱਲੋਂ ਕ੍ਰਾਈਮ ਰਿਡਕਸ਼ਨ ਟੀਮ ਅਤੇ ਯੂਨੀਫਾਰਮਡ ਪੈਟਰੋਲ ਮੈਂਬਰਸ ਦੇ ਨਾਲ ਮਿਲ ਕੇ 450 ਗ੍ਰਾਮ ਕੋਕੇਨ, ਇੱਕ ਲੋਡਡ ਹੈਂਡਗਨ ਅਤੇ $43,000 ਕੈਨੇਡੀਅਨ ਕਰੰਸੀ ਬਰਾਮਦ ਕੀਤੀ ਗਈ ਹੈ। ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹਨਾਂ ਕੋਲੋਂ 50 ਗ੍ਰਾਮ ਕੋਕੇਨ, ਜਿਸ ਦੀ ਕੀਮਤ $45,000 ਬਣਦੀ ਹੈ, ਬਰਾਮਦ ਹੋਈ ਹੈ। ਆਰਪੀਐਸ ਵੱਲੋਂ 5 ਜਾਣਿਆਂ ਦੇ ਵਾਸਤੇ 7 ਸਰਚ ਵਾਰੰਟ ਐਗਜ਼ੀਕਿਊਟ ਕੀਤੇ ਗਏ ਸਨ। ਇਹਨਾਂ 3 ਵਿਅਕਤੀਆਂ ਦੇ ਉੱਪਰ ਵੱਖ-ਵੱਖ ਚਾਰजेस ਲਗਾਏ ਗਏ ਹਨ, ਜਿਸ ਦੀ ਸਾਰੀ ਜਾਣਕਾਰੀ ਪੁਲਿਸ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ। ਵੈਨਕੂਵਰ ਦੇ ਇੱਕ ਪਿਓ ਪੁੱਤਰ ਵੱਲੋਂ ਇਨਵੈਸਟਰ ਦੇ ਨਾਲ ਠੱਗੀ ਮਾਰੀ ਗਈ ਹੈ। ਜੀ ਹਾਂ, ਇਹ ਠੱਗੀ ਮਾਰਨ ਵਾਲੇ ਪੰਜਾਬੀ ਨੇ, ਜਿਨ੍ਹਾਂ ਵੱਲੋਂ $1.75 ਮਿਲੀਅਨ ਦੀ ਇਨਵੈਸਟਰ ਦੇ ਨਾਲ ਠੱਗੀ ਮਾਰੀ ਗਈ। ਕਿਸ ਤਰ੍ਹਾਂ ਇਸ ਠੱਗੀ ਨੂੰ ਅੰਜਾਮ ਦਿੱਤਾ ਗਿਆ, ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ। ਇਹ ਠੱਗੀ ਪਿਓ ਅਤੇ ਪੁੱਤਰ ਵੱਲੋਂ ਇਕੱਠਿਆਂ ਮਾਰੀ ਗਈ। ਬ੍ਰਿਟਿਸ਼ ਕੋਲੰਬੀਆ ਸਿਕਿਉਰਿਟੀਜ਼ ਕਮਿਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਵੈਨਕੂਵਰ ਦੇ ਇੱਕ ਪਿਓ ਪੁੱਤਰ ਵੱਲੋਂ ਬ੍ਰਿਟਿਸ਼ ਕੋਲੰਬੀਆ ਇਨਵੈਸਟਰ ਦੇ ਨਾਲ, ਜਾਣੀ ਕਿ ਕੰਪਨੀ ਦੇ ਨਾਲ ਠੱਗੀ ਮਾਰੀ ਗਈ। ਇਹਨਾਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਸਿਕਿਉਰਿਟੀਜ਼ ਵੰਡੀਆਂ ਗਈਆਂ। ਜਿਨ੍ਹਾਂ ਵੱਲੋਂ ਠੱਗੀ ਨੂੰ ਅੰਜਾਮ ਦਿੱਤਾ ਗਿਆ ਉਹ ਪੰਜਾਬੀ ਹਨ। ਜਾਣਕਾਰੀ ਦੇ ਮੁਤਾਬਕ ਜੈਫਰੀ ਰਾਜੇ ਸਿੱਧੂ ਵੱਲੋਂ ਇਨਵੈਸਟਰ ਦੇ ਨਾਲ ਸੋਸ਼ਲ ਮੀਡੀਆ ਨੈਟਵਰਕ ਦੇ ਉੱਪਰ ਮੁਲਾਕਾਤ ਕੀਤੀ ਗਈ। ਇਨਵੈਸਟਰ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਉਸ ਕੋਲ ਮਾਰਗੇਜ ਫ੍ਰੀ ਘਰ ਹੈ। ਸਿੱਧੂ ਵੱਲੋਂ ਉਸ ਨੂੰ ਇਹ ਰეკਮੈਂਡ ਕੀਤਾ ਗਿਆ ਕਿ ਇਸ ਇਨਵੈਸਟਰ ਨੂੰ ਆਪਣੇ ਘਰ ਦੇ ਵਾਸਤੇ ਮਾਰਗੇਜ ਲੈਣੀ ਚਾਹੀਦੀ ਹੈ ਅਤੇ ਪੈਸੇ ਨੂੰ ਰੀਅਲ ਐਸਟੇਟ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ। ਸਿੱਧੂ ਵੱਲੋਂ ਇਨਵੈਸਟਰ ਨੂੰ ਇੱਕ ਪ੍ਰਾਈਵੇਟ ਫਰਮ ਤੋਂ $2,70,000 ਦੀ ਮਾਰਗੇਜ ਹਾਸਲ ਕਰਵਾਈ ਗਈ। ਇਸ ਤੋਂ ਬਾਅਦ ਸਿੱਧੂ ਨੇ ਇਨਵੈਸਟਰ ਨੂੰ ਇੱਕ ਕੰਪਨੀ ਦੇ ਨਾਲ ਮਿਲਵਾਇਆ, ਜਿਸ ਦਾ ਮਾਲਕ ਉਸ ਦਾ ਪਿਓ ਸੀ। ਉਸ ਦੇ ਵਿੱਚ ਇਨਵੈਸਟਰ ਦੇ $1.75 ਮਿਲੀਅਨ ਇਨਵੈਸਟ ਕਰਵਾਏ ਗਏ। ਇਨਵੈਸਟਰ ਨੂੰ ਇਹ ਕਿਹਾ ਗਿਆ ਕਿ ਉਸ ਵੱਲੋਂ ਪੈਸਾ ਲਗਾਉਣ ਦੇ ਨਾਲ 1 ਸਾਲ ਦੇ ਵਿੱਚ ਉਸ ਦਾ ਪੈਸਾ 3 ਗੁਣਾ ਵੱਧ ਜਾਵੇਗਾ। ਇਸ ਤਰ੍ਹਾਂ ਪਿਓ ਪੁੱਤਰ ਵੱਲੋਂ ਇਨਵੈਸਟਰ ਦੇ ਨਾਲ ਠੱਗੀ ਮਾਰੀ ਗਈ। ਫਿਲਹਾਲ ਇਲਜ਼ਾਮ ਸਾਬਿਤ ਤਾਂ ਨਹੀਂ ਹੋਏ, ਪਰ ਬ੍ਰਿਟਿਸ਼ ਕੋਲੰਬੀਆ ਸਿਕਿਉਰਿਟੀਜ਼ ਕਮਿਸ਼ਨ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਵੈਨਕੂਵਰ ਦੇ ਪਿਓ ਪੁੱਤਰ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਇਨਵੈਸਟਰ ਦੇ ਨਾਲ ਠੱਗੀ ਮਾਰੀ ਗਈ ਹੈ। ਕੈਨੇਡਾ ਦੇ ਵਿੱਚ ਆਉਣ ਵਾਲੇ ਯਾਤਰੀਆਂ ਦੇ ਉੱਪਰ ਨਿਯਮ ਲਗਾਏ ਗਏ। ਇੱਥੇ ਆਉਣ ਦੇ ਉੱਪਰ ਕਰੋਨਾ ਟੈਸਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੋਟਲ ਦੇ ਵਿੱਚ 3 ਦਿਨਾਂ ਦੇ ਲਈ ਆਪਣੇ ਖਰਚੇ ਦੇ ਉੱਪਰ ਕੁਆਰੰਟੀਨ ਕਰਨਾ ਪੈਂਦਾ ਹੈ। ਮਾਹਰਾਂ ਵੱਲੋਂ ਦਿੱਤੀ ਗਈ ਸਲਾਹ ਦੇ ਅਨੁਸਾਰ ਇਹ ਹੋਟਲ ਕੁਆਰੰਟੀਨ ਖਤਮ ਕੀਤਾ ਜਾਣਾ ਚਾਹੀਦਾ ਹੈ। ਜੀ ਹਾਂ, ਮਾਹਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ। ਉਧਰ ਲਿਬਰਲ ਸਰਕਾਰ ਤੋਂ ਲਗਾਤਾਰ ਹੋਰ ਵੀ ਕਈ ਲੋਕ ਇਸ ਸੰਬੰਧੀ ਮੰਗ ਕਰ ਰਹੇ ਨੇ। ਕੈਨੇਡਾ ਦੇ ਵਿੱਚ ਲਾਜ਼ਮੀ ਹੋਟਲ ਕੁਆਰੰਟੀਨ ਖਤਮ ਕੀਤਾ ਜਾਣਾ ਚਾਹੀਦਾ ਹੈ। ਇਹ ਕਹਿਣਾ ਹੈ ਮਾਹਰਾਂ ਦੇ ਇੱਕ ਪੈਨਲ ਦਾ। ਐਡਵਾਈਜ਼ਰੀ ਪੈਨਲ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਲੀ ਯਾਤਰੀ ਨੂੰ ਜੋ 3 ਦਿਨਾਂ ਦੇ ਵਾਸਤੇ ਆਪਣੇ ਖਰਚੇ ਦੇ ਉੱਪਰ ਲਾਜ਼ਮੀ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪੈਂਦਾ ਹੈ, ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਕੈਨੇਡਾ ਆਉਣ ਦੇ ਉੱਪਰ $2,000 ਦੇ ਕੇ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪੈਂਦਾ ਹੈ, ਜੋ ਕਿ ਕਾਫੀ ਮਹਿੰਗਾ ਹੈ। ਇਸ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੇ ਵਿੱਚ ਕਿਹਾ ਗਿਆ ਕਿ ਹਰ ਯਾਤਰੀ ਦੇ ਉੱਪਰ ਇੱਕੋ ਤਰੀਕੇ ਦੇ ਨਾਲ ਨਿਯਮ ਲਾਗੂ ਨਹੀਂ ਕੀਤੇ ਜਾ ਰਹੇ। ਪੈਨਲ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਕੁਝ ਰეკਮੈਂਡੇਸ਼ਨ ਵੀ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਜਿਹੜੇ ਆਉਣ ਵਾਲੀ ਯਾਤਰੀਆਂ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗ ਚੁੱਕੇ ਹੋਣ, ਉਨ੍ਹਾਂ ਨੂੰ ਪ੍ਰੀ ਡਿਪਾਰਚਰ ਟੈਸਟ ਜ਼ਰੂਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ 14 ਦਿਨਾਂ ਦੇ ਕੁਆਰੰਟੀਨ ਤੋਂ ਵੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਪੈਨਲ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦਾ ਸਿਰਫ ਪਹਿਲਾ ਸ਼ਾਟ ਲੱਗਿਆ ਹੈ, ਉਨ੍ਹਾਂ ਦੇ ਉੱਪਰ ਨਿਯਮ ਲਾਗੂ ਕੀਤੇ ਜਾ ਸਕਦੇ ਹਨ, ਜਿਸ ਦੇ ਵਿੱਚ 72 ਘੰਟਿਆਂ ਦੌਰਾਨ ਕੀਤਾ ਹੋਇਆ ਪ੍ਰੀ ਡਿਪਾਰਚਰ ਟੈਸਟ ਅਤੇ ਕੈਨੇਡਾ ਪਹੁੰਚਣ ਦੇ ਉੱਪਰ ਕੋਵਿਡ ਦਾ ਟੈਸਟ ਸ਼ਾਮਲ ਕੀਤਾ ਗਿਆ। ਦੱਸ ਦਈਏ ਕਿ ਲਿਬਰਲ ਸਰਕਾਰ ਨੂੰ ਲਗਾਤਾਰ ਮੈਂਡੇਟਰੀ ਹੋਟਲ ਕੁਆਰੰਟੀਨ ਦੇ ਸੰਬੰਧੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ-ਸਮੇਂ ਦੇ ਉੱਪਰ ਇਸ ਦੇ ਨਾਲ ਸੰਬੰਧਿਤ ਸਵਾਲ ਚੁੱਕੇ ਜਾਂਦੇ ਰਹੇ ਹਨ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਖਤਮ ਕੀਤਾ ਜਾਵੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਪ੍ਰੋਗਰਾਮ ਲਿਆਂਦੇ ਗਏ, ਜਿਸ ਦੇ ਤਹਿਤ ਇੰਟਰਨੈਸ਼ਨਲ ਗ੍ਰੈਜੂਏਟਸ ਅਤੇ ਅਸੈਂਸ਼ੀਅਲ ਵਰਕਰਸ ਨੂੰ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇੰਟਰਨੈਸ਼ਨਲ ਗ੍ਰੈਜੂਏਟ ਦੀ ਸਟਰੀਮ ਤਾਂ 24 ਘੰਟਿਆਂ ਦੇ ਵਿੱਚ ਪੂਰੀ ਹੋ ਗਈ, ਪਰ ਬਾਕੀ ਜਿਹੜੇ ਵੱਖ-ਵੱਖ ਸਟਰੀਮ ਨੇ ਉਸ ਦੇ ਅਧੀਨ ਅਜੇ ਵੀ ਅਰਜ਼ੀਆਂ ਲਗਾਈਆਂ ਜਾ ਸਕਦੀਆਂ ਨੇ। ਇਸ ਸੰਬੰਧੀ IRCC ਵੱਲੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਹੜੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕੀਤਾ ਜਾਵੇਗਾ। ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ ਕਿ ਉਹਨਾਂ ਵੱਲੋਂ ਕਿਹੜੀਆਂ ਨਵੀਆਂ ਗਾਈਡਲਾਈਨਸ ਦਿੱਤੀਆਂ ਗਈਆਂ ਨੇ।
ਇਮੀਗ੍ਰੇਸ਼ਨ ਵਿਭਾਗ ਵੱਲੋਂ 6 ਇਮੀਗ੍ਰੇਸ਼ਨ ਪਾਥਵੇ ਐਲਾਨੇ ਗਏ, ਜਿਸ ਦੇ ਬਾਰੇ ਵਿੱਚ IRCC ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਬਾਰੇ ਵਿੱਚ ਹੋਰ ਜਾਣਕਾਰੀ ਸਾਂਝੀ ਕੀਤੀ ਗਈ। ਮਈ 26 ਨੂੰ IRCC ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦੇ ਸੰਬੰਧ ਦੇ ਵਿੱਚ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ। ਮਈ 6 ਨੂੰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 6 ਨਵੇਂ PR ਸਟ੍ਰੀਮਸ ਦਾ ਐਲਾਨ ਕੀਤਾ ਗਿਆ, ਜਿਹੜੇ ਕਿ ਅਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਲਈ ਲਿਆਂਦੇ ਗਏ। ਇੰਟਰਨੈਸ਼ਨਲ ਗ੍ਰੈਜੂਏਟਸ ਦਾ ਕੋਟਾ 24 ਘੰਟਿਆਂ ਦੇ ਵਿੱਚ ਹੀ ਪੂਰਾ ਹੋ ਗਿਆ। ਇਸ ਦੇ ਵਾਸਤੇ 40,000 ਐਪਲੀਕੇਸ਼ਨ ਦਾ ਜੋ ਕੋਟਾ ਤੈਅ ਕੀਤਾ ਗਿਆ ਸੀ, ਉਹ ਕੁਝ ਹੀ ਘੰਟਿਆਂ ਦੇ ਵਿੱਚ ਪੂਰਾ ਹੋ ਗਿਆ। ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨਾਨ ਹੈਲਥ ਕੇਅਰ ਦੀ ਵਾਸਤੇ 10,533 ਅਰਜ਼ੀਆਂ ਹੀ ਆਈਆਂ ਹਨ, ਜਦਕਿ ਇਸ ਦੇ ਅਧੀਨ 23,000 ਐਪਲੀਕੇਸ਼ਨਸ ਮਨਜ਼ੂਰ ਕੀਤੀਆਂ ਜਾਣੀਆਂ ਨੇ। ਵਰਕਰਸ ਇਨ ਕੈਨੇਡਾ ਹੈਲਥ ਕੇਅਰ ਦੀ ਵਾਸਤੇ 1,563 ਅਰਜ਼ੀਆਂ ਆਈਆਂ, ਜਦਕਿ ਇਸ ਦੇ ਵਾਸਤੇ 20,000 ਐਪਲੀਕੇਸ਼ਨਸ ਦਾ ਕੋਟਾ ਤੈਅ ਕੀਤਾ ਗਿਆ ਹੈ। ਸਭ ਤੋਂ ਘੱਟ ਅਰਜ਼ੀਆਂ ਫ੍ਰੈਂਚ ਸਪੀਕਿੰਗ ਸਟ੍ਰੀਮ ਦੇ ਵਾਸਤੇ ਆਈਆਂ। IRCC ਵੱਲੋਂ ਜਿਹੜੀਆਂ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ, ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਅਰਜ਼ੀ ਨੂੰ ਮਨਜ਼ੂਰ ਹੋਣ ਦੇ ਵਾਸਤੇ ਇਹ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੋਣੀਆਂ ਜ਼ਰੂਰੀ ਹਨ। ਇਨ੍ਹਾਂ ਗਾਈਡਲਾਈਨਸ ਦੇ ਵਿੱਚ ਲੀਗਲ ਐਂਟਰੀ ਇਨਟੂ ਕੈਨੇਡਾ, ਆਫੀਸ਼ੀਅਲ ਲੈਂਗੁਏਜ ਪ੍ਰੋਫੈਂਸੀ, ਮੌਜੂਦਾ ਕੰਮ ਦਾ ਤਜਰਬਾ, ਕੁਆਲੀਫਾਈਂਗ ਵਰਕ ਐਕਸਪੀਰੀਅੰਸ, ਇੰਟੈਂਟ ਟੂ ਰਿਸਾਈਡ ਆਊਟਸਾਈਡ ਆਫ ਕਿਬੈਕ ਅਤੇ ਐਜੂਕੇਸ਼ਨ ਰਿਕੁਆਇਰਮੈਂਟ ਸ਼ਾਮਿਲ ਹਨ। IRCC ਨੇ ਕਿਹਾ ਹੈ ਕਿ ਜਿਨ੍ਹਾਂ ਦੇ ਕੋਲ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਸ ਦਾ ਸਟੇਟਸ ਨਹੀਂ ਹੈ, ਉਹ ਇਸ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਨਹੀਂ ਹੋਣਗੇ। IRCC ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਵੱਲੋਂ ਅਰਜ਼ੀਆਂ ਭੇਜੀਆਂ ਗਈਆਂ, ਉਨ੍ਹਾਂ ਕੋਲ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਕੋਰ ਘੱਟੋ-ਘੱਟ 4 ਹੋਣਾ ਚਾਹੀਦਾ ਹੈ। ਇੰਟਰਨੈਸ਼ਨਲ ਗ੍ਰੈਜੂਏਟਸ ਦੇ ਕੋਲ ਘੱਟੋ-ਘੱਟ 5 ਸਕੋਰ ਹੋਣਾ ਚਾਹੀਦਾ ਹੈ। ਐਪਲੀਕੈਂਟਸ ਨੂੰ ਕੈਨੇਡਾ ਦੇ ਵਿੱਚ ਹੀ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ, ਜੋ ਕਿਸੇ ਵੀ ਆਕੂਪੇਸ਼ਨ ਦੇ ਵਿੱਚ ਹੋ ਸਕਦਾ ਹੈ। ਇਹ ਕੰਮ ਦਾ ਤਜਰਬਾ ਲੀਗਲ ਹੋਣਾ ਚਾਹੀਦਾ ਹੈ। ਕੁਆਲੀਫਾਈਂਗ ਵਰਕ ਐਕਸਪੀਰੀਅੰਸ ਦੇ ਅਧੀਨ IRCC ਨੇ ਕਿਹਾ ਹੈ ਕਿ ਐਪਲੀਕੈਂਟ ਦੇ ਕੋਲ ਐਲੀਜੀਬਲ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਅਧੀਨ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਐਜੂਕੇਸ਼ਨ ਰਿਕੁਆਇਰਮੈਂਟ ਦੇ ਅਧੀਨ ਐਪਲੀਕੈਂਟ ਦੀ ਪੜ੍ਹਾਈ ਕੈਨੇਡੀਅਨ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਤੋਂ ਪੂਰੀ ਹੋਈ ਹੋਣੀ ਚਾਹੀਦੀ ਹੈ। ਇਹ ਜਨਵਰੀ 2017 ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ। ਐਪਲੀਕੈਂਟ ਦੇ ਕੋਲ ਸਟੱਡੀ ਪਰਮਿਟ ਹੋਣਾ ਚਾਹੀਦਾ ਹੈ। ਐਪਲੀਕੈਂਟ ਦੇ ਕੋਲ ਐਲੀਜੀਬਲ ਕ੍ਰੈਡੈਂਸ਼ੀਅਲ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਸੰਬੰਧਿਤ ਵਧੇਰੇ ਜਾਣਕਾਰੀ IRCC ਵੱਲੋਂ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਅੱਧੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲੱਗ ਚੁੱਕਿਆ ਹੈ। ਹੁਣ ਦੂਸਰੇ ਡੋਜ਼ ਦੇ ਬਾਰੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ NACI ਵੱਲੋਂ ਕਿਹਾ ਗਿਆ ਕਿ ਜਲਦ ਹੀ ਕੈਨੇਡੀਅਨਸ ਨੂੰ ਦੂਸਰਾ ਡੋਜ਼ ਵੀ ਲਗਾਇਆ ਜਾਣਾ ਚਾਹੀਦਾ ਹੈ। ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਕੋਵਿਡ-19 ਵੈਕਸੀਨ ਦੇ ਦੂਸਰੇ ਡੋਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨਸ ਨੂੰ ਕੋਵਿਡ ਦਾ ਦੂਸਰਾ ਸ਼ਾਟ ਜਲਦ ਹੀ ਮੁਹੱਈਆ ਕਰਵਾਇਆ ਜਾਵੇਗਾ। NACI ਚੇਅਰ ਡਾਕਟਰ ਕੈਰੋਲਿਨ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ, ਜਿਸ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨਸ ਨੂੰ ਜਲਦ ਹੀ ਸੈਕਿੰਡ ਡੋਜ਼ ਮੁਹੱਈਆ ਕਰਵਾਇਆ ਜਾਣਾ ਜ਼ਰੂਰੀ ਹੈ, ਖਾਸ ਕਰ ਉਨ੍ਹਾਂ ਨੂੰ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਰਿਸਕ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੀ ਪਹਿਲੀ ਡੋਜ਼ ਲਗਾਉਣ ਦੇ ਨਾਲ ਇਮਿਊਨਿਟੀ ਵਿਕਸਿਤ ਹੁੰਦੀ ਹੈ, ਪਰ ਲੌਂਗ ਟਰਮ ਪ੍ਰੋਟੈਕਸ਼ਨ ਦੇ ਵਾਸਤੇ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਲਗਾਉਣੀ ਬੇहद ਜ਼ਰੂਰੀ ਹੈ। ਹੈਲਥ ਕਮੇਟੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਦੇ ਵਿੱਚ ਸਮਾਂ ਪਾਇਆ ਗਿਆ ਤਾਂ ਕਿ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾ ਸਕੇ। ਇਸੇ ਹਫਤੇ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਮੁਹੱਈਆ ਕਰਵਾਈ ਜਾਵੇਗੀ। ਕੈਨੇਡਾ ਦੇ ਡਿਪਟੀ ਚੀਫ ਪਬਲਿਕ ਹੈਲਥ ਆਫੀਸਰ ਨੇ ਕਿਹਾ ਹੈ ਕਿ ਸਭ ਕੁਝ ਸਹੀ ਦਿਸ਼ਾ ਦੇ ਵਿੱਚ ਚੱਲ ਰਿਹਾ ਹੈ। ਇਹ ਜਾਣਕਾਰੀ ਉਨ੍ਹਾਂ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਸਾਂਝੀ ਕੀਤੀ ਗਈ। ਮਾਹਿਰਾਂ ਵੱਲੋਂ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਲਦ ਹੀ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਣੀ ਚਾਹੀਦੀ ਹੈ, ਖਾਸ ਕਰ ਉਨ੍ਹਾਂ ਨੂੰ ਜਿਨ੍ਹਾਂ ਨੂੰ ਕੋਵਿਡ ਤੋਂ ਜ਼ਿਆਦਾ ਖਤਰਾ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਦੀ ਜ਼ਬਰਦਸਤੀ ਦਾੜੀ ਨੂੰ ਕੱਟਿਆ ਗਿਆ ਹੈ। ਇਸ ਵਿਅਕਤੀ ਦਾ ਨਾਮ ਸੁਰਜੀਤ ਸਿੰਘ ਹੈ, ਜਿਸ ਦੇ ਨਾਲ ਅਜਿਹਾ ਹੋਇਆ। ਘਟਨਾ ਪਿਛਲੇ ਸਾਲ ਦੀ ਹੈ, ਪਰ ਇਹ ਮਾਮਲਾ ਹੁਣ ਸਾਹਮਣੇ ਆਇਆ। ਇਸ ਤੋਂ ਬਾਅਦ ਮੰਗ ਉੱਠਣ ਲੱਗੀ ਹੈ ਕਿ ਭਵਿੱਖ ਦੇ ਵਿੱਚ ਅਜਿਹਾ ਕਦੇ ਵੀ ਨਾ ਹੋਵੇ। ਬਾਕੀ ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਅਮਰੀਕਾ ਦੇ ਐਰੀਜ਼ੋਨਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਦੀ ਜ਼ਬਰਦਸਤੀ ਦਾੜੀ ਕੱਟੀ ਗਈ। ਇਸ ਸਿੱਖ ਦਾ ਨਾਮ ਸੁਰਜੀਤ ਸਿੰਘ ਹੈ, ਜਿਸ ਦੀ ਉਮਰ 60 ਸਾਲ ਦੇ ਨੇੜੇ ਹੈ। ਸੁਰਜੀਤ ਸਿੰਘ ਨੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਦਾੜੀ ਨਹੀਂ ਕੱਟੀ ਸੀ।
ਇਹ ਮਾਮਲਾ ਪਿਛਲੇ ਸਾਲ ਦਾ ਹੈ ਜੋ ਹੁਣ ਸਾਹਮਣੇ ਆਇਆ। ਸੁਰਜੀਤ ਸਿੰਘ ਜਦੋਂ ਐਰੀਜ਼ੋਨਾ ਡਿਟੈਂਸ਼ਨ ਦੇ ਵਿੱਚ ਦਾਖਲ ਹੋਇਆ ਤਾਂ ਕਰੈਕਸ਼ਨਸ ਆਫੀਸਰ ਵੱਲੋਂ ਤਸਵੀਰ ਖਿੱਚਣ ਦੇ ਵਾਸਤੇ ਉਹਨਾਂ ਦੀ ਦਸਤਾਰ ਲਾਈ ਗਈ ਅਤੇ ਦਾੜੀ ਨੂੰ ਜ਼ਬਰਦਸਤੀ ਕੱਟ ਦਿੱਤਾ ਗਿਆ। ਇਸ ਘਟਨਾ ਦਾ ਸੁਰਜੀਤ ਸਿੰਘ ਦੇ ਦਿਮਾਗ ਦੇ ਉੱਪਰ ਕਾਫੀ ਅਸਰ ਪਿਆ। ਸ਼ਿਕਾਇਤ ਦੇ ਵਿੱਚ ਇਹ ਸਾਹਮਣੇ ਆਇਆ ਕਿ ਸੁਰਜੀਤ ਸਿੰਘ ਕਹਿ ਰਹੇ ਸਨ ਕਿ ਮੇਰਾ ਗਲਾ ਕੱਟ ਦਿਓ ਪਰ ਮੇਰੀ ਦਾੜੀ ਨੂੰ ਨਾ ਕੱਟੋ। ਇਸ ਮਾਮਲੇ ਦੇ ਨਾਲ ਸੰਬੰਧੀ ਐਡਵੋਕੇਟਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਭਵਿੱਖ ਦੇ ਵਿੱਚ ਇਸ ਘਟਨਾ ਨੂੰ ਦੁਬਾਰਾ ਨਾ ਦੁਹਰਾਇਆ ਜਾਵੇ। ਸਿੱਖ ਕੋਲੇਸ਼ਨ ਦੇ ਸੀਨੀਅਰ ਸਟਾਫ ਨੇ ਕਿਹਾ ਹੈ ਕਿ ਸੁਰਜੀਤ ਸਿੰਘ ਦੇ ਲਈ ਉਹਨਾਂ ਦੇ ਕੇਸ ਕਾਫੀ ਮਾਇਨੇ ਰੱਖਦੇ ਸਨ। ਇਹ ਮਾਮਲਾ ਵਾਇਓਲੇਸ਼ਨ ਆਫ ਰਿਲੀਜੀਅਸ ਲਿਬਰਟੀ ਰਾਈਟਸ ਦਾ ਹੈ। ਸ਼ਿਕਾਇਤ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਸੁਰਜੀਤ ਸਿੰਘ ਪੰਜਾਬੀ ਭਾਸ਼ਾ ਬੋਲਦੇ ਸਨ, ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਸੀ ਤੇ ਉਹਨਾਂ ਨੂੰ ਇੰਟਰਪ੍ਰੀਟਰ ਮੁਹੱਈਆ ਨਹੀਂ ਕਰਵਾਇਆ ਗਿਆ ਤਾਂ ਕਿ ਉਹ ਆਪਣੀ ਗੱਲ ਨੂੰ ਸਪਸ਼ਟ ਕਰ ਸਕਣ। ਐਰੀਜ਼ੋਨਾ ਡਿਟੈਂਸ਼ਨ ਦੇ ਵਿੱਚ ਤਸਵੀਰ ਲੈਣ ਦੇ ਵਾਸਤੇ ਜ਼ਰੂਰੀ ਹੈ ਕਿ ਦਾੜੀ ਤੇ ਕੇਸ ਨਾ ਰੱਖੇ ਹੋਣ। ਤਸਵੀਰ ਖਿੱਚਣ ਦੇ ਵਾਸਤੇ 1 ਇੰਚ ਦਾੜੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸੁਰਜੀਤ ਸਿੰਘ ਨੂੰ 2017 ਦੇ ਵਿੱਚ ਜੋ ਐਕਸੀਡੈਂਟ ਹੋਇਆ ਸੀ ਉਸ ਮਾਮਲੇ ਦੇ ਵਿੱਚ 5 ਸਾਲ ਦੀ ਜੇਲ੍ਹ ਹੋਈ ਸੀ। ਡਿਟੈਂਸ਼ਨ ਦੇ ਵਿੱਚ ਉਹਨਾਂ ਦੀ ਤਸਵੀਰ ਖਿੱਚਣ ਦੇ ਵਾਸਤੇ ਉਹਨਾਂ ਦੀ ਦਾੜੀ ਨੂੰ ਜ਼ਬਰਦਸਤੀ ਕੱਟਿਆ ਗਿਆ। ਇਸ ਦੇ 1 ਦਿਨ ਬਾਅਦ ਉਹਨਾਂ ਨੂੰ ਅਲਹਾਮਰਾ ਰਿਸੈਪਸ਼ਨ ਸੈਂਟਰ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ, ਜਿੱਥੇ ਸੁਰਜੀਤ ਸਿੰਘ ਕਰੈਕਸ਼ਨ ਆਫੀਸਰਸ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹਨਾਂ ਦੀ ਦਾੜੀ ਨਾ ਕੱਟੀ ਜਾਵੇ ਕਿਉਂਕਿ ਸੁਰਜੀਤ ਸਿੰਘ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਭਾਸ਼ਾ ਨਹੀਂ ਬੋਲਣੀ ਆਉਂਦੀ ਸੀ। ਇਸ ਕਰਕੇ ਉਹ ਆਪਣੀ ਗੱਲ ਸਪਸ਼ਟ ਤੌਰ ਦੇ ਉੱਪਰ ਸਾਹਮਣੇ ਨਹੀਂ ਰੱਖ ਸਕੇ। ਉਹਨਾਂ ਨੂੰ ਇੱਕ ਚੰਗਾ ਇੰਟਰਪ੍ਰੀਟਰ ਵੀ ਮੁਹੱਈਆ ਨਹੀਂ ਕਰਵਾਇਆ ਗਿਆ ਤਾਂ ਕਿ ਉਹ ਆਪਣੀ ਗੱਲ ਨੂੰ ਸਪਸ਼ਟ ਕਰ ਸਕਣ। ਕਰੈਕਸ਼ਨ ਆਫੀਸਰਸ ਦੇ ਵੱਲੋਂ ਸੁਰਜੀਤ ਸਿੰਘ ਨੂੰ ਹੱਥਕੜੀਆਂ ਲਗਾ ਕੇ ਉਹਨਾਂ ਦੀ ਦਾੜੀ ਨੂੰ ਕੱਟਿਆ ਗਿਆ। ਇਹ ਮਾਮਲਾ ਧਿਆਨ ਵਿੱਚ ਆਉਂਦਿਆਂ ਇਸ ਦੇ ਖਿਲਾਫ ਸਿੱਖ ਕੋਲੇਸ਼ਨ ਅਤੇ ਦ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਆਫ ਐਰੀਜ਼ੋਨਾ ਵੱਲੋਂ ਇਸ ਮਾਮਲੇ ਸੰਬੰਧੀ ਆਵਾਜ਼ ਚੁੱਕੀ ਗਈ ਹੈ। ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਭਵਿੱਖ ਦੇ ਵਿੱਚ ਅਜਿਹਾ ਮਾਮਲਾ ਨਾ ਦੁਹਰਾਇਆ ਜਾਵੇ ਤੇ ਸੁਰਜੀਤ ਸਿੰਘ ਦੇ ਮਾਮਲੇ ਦੇ ਵਿੱਚ ਜਸਟਿਸ ਦਿੱਤੀ ਜਾਵੇ। ਅਭੀ ਸ਼ਾਹ ਨਾਮ ਦੇ ਵਿਅਕਤੀ ਨੂੰ $1 ਮਿਲੀਅਨ ਦੀ ਲਾਟਰੀ ਮਿਲੀ ਪਰ ਉਸ ਵੱਲੋਂ ਵਾਪਸ ਕਰ ਦਿੱਤੀ ਗਈ। ਜੀ ਹਾਂ, ਦਰਅਸਲ ਇਹ ਅਭੀ ਸ਼ਾਹ ਦੀ ਲਾਟਰੀ ਨਹੀਂ ਸੀ, ਕਿਸੇ ਹੋਰ ਦੀ ਲਾਟਰੀ ਉਹਨਾਂ ਨੂੰ ਮਿਲੀ। ਪਰ ਜਦੋਂ ਉਸਨੇ ਆਪਣੀ ਦਾਦੀ ਦੇ ਨਾਲ ਗੱਲ ਕੀਤੀ ਤਾਂ ਉਸਦੀ ਦਾਦੀ ਵੱਲੋਂ ਸਲਾਹ ਦਿੱਤੀ ਗਈ ਕਿ ਇਹ ਲਾਟਰੀ ਜਿਸ ਦੀ ਅਸਲ ਦੇ ਵਿੱਚ ਹੈ ਉਸ ਨੂੰ ਵਾਪਸ ਕਰ ਦਿੱਤਾ ਜਾਵੇ। ਸੋ ਜਿਸ ਲੜਕੀ ਦੀ ਇਹ ਲਾਟਰੀ ਸੀ ਉਸ ਨੂੰ ਵਾਪਸ ਕੀਤਾ ਗਿਆ। ਲਾਟਰੀ ਮਿਲਣ ਦੇ ਉੱਪਰ ਲੜਕੀ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਈ। ਇੱਕ ਵਿਅਕਤੀ ਨੂੰ $1 ਮਿਲੀਅਨ ਦੀ ਲਾਟਰੀ ਟਿਕਟ ਲੱਭੀ ਪਰ ਉਸ ਵੱਲੋਂ ਇਸ ਨੂੰ ਵਾਪਸ ਮੋੜ ਦਿੱਤਾ ਗਿਆ। ਅਭੀ ਸ਼ਾਹ ਨਾਮ ਦਾ ਵਿਅਕਤੀ ਇੱਕ ਵੇਲੇ ਮਿਲੀਨੀਅਰ ਬਣ ਗਿਆ ਪਰ ਫਿਰ ਉਸ ਵੱਲੋਂ ਜੋ ਟਿਕਟ ਉਸ ਨੂੰ ਲੱਭੀ ਸੀ ਉਹ ਵਾਪਸ ਕਰ ਦਿੱਤੀ ਗਈ। ਸ਼ਾਹ ਦੇ ਪੇਰੈਂਟਸ ਵੱਲੋਂ ਸਾਊਥਵਿਕ ਦੇ ਵਿੱਚ ਲੱਕੀ ਸਟਾਪ ਕਨਵੀਨੀਅੰਸ ਸਟੋਰ ਚਲਾਇਆ ਜਾਂਦਾ ਹੈ। ਉਹਨਾਂ ਵੱਲੋਂ ਡਿਸਕਾਰਡਡ ਲਾਟਰੀ ਟਿਕਟਸ ਨੂੰ ਸੁਲਝਾਇਆ ਜਾ ਰਿਹਾ ਸੀ। ਇਸੇ ਦੌਰਾਨ ਉਹਨਾਂ ਨੂੰ ਇੱਕ ਸਕ੍ਰੈਚ ਕੀਤੀ ਹੋਈ ਡਾਇਮੰਡ ਮਿਲੀਅਨਸ ਟਿਕਟ ਮਿਲੀ। ਇਹ ਲਾਟਰੀ $1 ਮਿਲੀਅਨ ਦੀ ਸੀ। ਸ਼ਾਹ ਇਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਖੁਸ਼ੀ ਦੇ ਵਿੱਚ ਨੱਚਣ ਲੱਗਾ। ਉਸਨੇ ਆਪਣੇ ਮਾਂ-ਬਾਪ ਨੂੰ ਬੁਲਾਇਆ ਅਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਮੈਨੂੰ $1 ਮਿਲੀਅਨ ਦੀ ਟਿਕਟ ਮਿਲੀ ਹੈ। ਪਹਿਲਾਂ ਉਸਨੇ ਸੋਚਿਆ ਕਿ ਉਹ ਟੈਸਲਾ ਖਰੀਦੇਗਾ, ਫਿਰ ਉਹ ਸੋਚਣ ਲੱਗਾ ਕਿ ਬਾਕੀ ਦੀ ਰਕਮ ਦੇ ਨਾਲ ਕੀ ਕੀਤਾ ਜਾਵੇ। ਕੁਝ ਸਮੇਂ ਬਾਅਦ ਉਸਨੂੰ ਲੱਗਿਆ ਕਿ ਇਹ ਟਿਕਟ ਉਸਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਉਸਦੇ ਪਰਿਵਾਰ ਵਾਲੇ ਜਾਣਦੇ ਸਨ ਕਿ ਕਿਸ ਕਸਟਮਰ ਦੀ ਇਹ ਟਿਕਟ ਹੈ। ਦਰਅਸਲ ਲੀਆ ਰੋਸ ਨਾਮ ਦੀ ਕਸਟਮਰ ਦੀ ਇਹ ਟਿਕਟ ਸੀ ਜੋ ਕਿ ਉਹਨਾਂ ਦੇ ਸਟੋਰ ਦੇ ਉੱਪਰ ਅਕਸਰ ਹੀ ਆਇਆ ਕਰਦੀ ਸੀ। ਉਸ ਵੱਲੋਂ ਆਪਣੇ ਲੰਚ ਟਾਈਮ ਦੇ ਵਿੱਚ ਇਸ ਟਿਕਟ ਨੂੰ ਸਕ੍ਰੈਚ ਕੀਤਾ ਗਿਆ ਸੀ। ਚਾਹੇ ਕੋਈ ਵੀ ਵਿਅਕਤੀ ਹੋਵੇ, ਉਸ ਦੇ ਲਈ ਵੱਡੀ ਕੀਮਤ ਛੱਡਣਾ ਬੇहद ਮੁਸ਼ਕਲ ਹੁੰਦਾ ਹੈ। ਪਰ ਫਿਰ ਵੀ ਸ਼ਾਹ ਜਾਣਦਾ ਸੀ ਕਿ ਇਹ ਟਿਕਟ ਉਸ ਦੀ ਨਹੀਂ ਹੈ ਤੇ ਇਹ ਲਾਟਰੀ ਉਸ ਨੂੰ ਵਾਪਸ ਕਰਨੀ ਚਾਹੀਦੀ ਹੈ। ਫਿਰ ਉਸ ਵੱਲੋਂ ਆਪਣੀ ਦਾਦੀ ਦੇ ਨਾਲ ਗੱਲ ਕੀਤੀ ਗਈ, ਜਿਸ ਨੇ ਉਸ ਨੂੰ ਸਲਾਹ ਦਿੱਤੀ ਕਿ ਇਹ ਟਿਕਟ ਜਿਸ ਦੀ ਹੈ ਉਸ ਨੂੰ ਵਾਪਸ ਕਰ ਦਿੱਤਾ ਜਾਵੇ। ਜਦੋਂ ਸ਼ਾਹ ਨੇ ਲੀਆ ਰੋਸ ਨੂੰ ਇਹ ਟਿਕਟ ਯਾਨੀ ਕਿ ਲਾਟਰੀ ਦਿੱਤੀ ਤਾਂ ਉਹ ਕਾਫੀ ਜ਼ਿਆਦਾ ਭਾਵੁਕ ਹੋ ਗਈ। ਸੋ ਅਭੀ ਸ਼ਾਹ ਨੇ ਲਾਟਰੀ ਉਸ ਨੂੰ ਵਾਪਸ ਕੀਤੀ ਜੋ ਇਸ ਦੀ ਅਸਲੀ ਹੱਕਦਾਰ ਸੀ, ਕਿਉਂਕਿ ਲੀਆ ਰੋਸ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਉਸ ਵੱਲੋਂ ਜੋ ਲਾਟਰੀ ਨੂੰ ਸਕ੍ਰੈਚ ਕੀਤਾ ਗਿਆ ਉਸ ਵੱਲੋਂ ਇੰਨੀ ਵੱਡੀ ਰਕਮ ਜਿੱਤੀ ਗਈ ਹੈ। ontario ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਜਿਸ ਦਾ ਨਾਮ ਜਸਪੁਨੀਤ ਹੈ ਅਤੇ ਉਸਦੇ ਸਾਥੀ ਦੇ ਉੱਪਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵੱਲੋਂ ਇਹਨਾਂ ਦਾ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਪੁਲਿਸ ਦੇ ਵਾਹਨਾਂ ਨੂੰ ਹੀ ਟੱਕਰ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਦੇ ਉੱਪਰ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ। ਮਾਮਲਾ ontario ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਕਰੂਜ਼ਰ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਇੱਕ ਪੰਜਾਬੀ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ 26 ਮਈ ਸਵੇਰ ਟੋਰਾਂਟੋ ਦੇ ਜੇਨ ਸਟਰੀਟ ਅਤੇ
ਫਾਲਸਟਾਫ ਐਵੀਨਿਊ ਦੀ ਹੈ। ਪੁਲਿਸ ਵੱਲੋਂ ਵੱਖ-ਵੱਖ ਹਾਈਵੇ ਟ੍ਰੈਫਿਕ ਨਿਯਮ ਤੋੜਨ ਦੇ ਉੱਪਰ ਜਦੋਂ ਇੱਕ ਮਰਸੀਡੀਜ਼ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਕਾਰ ਨਹੀਂ ਰੁਕੀ। ਰੁਕਣ ਦੀ ਬਜਾਏ ਡਰਾਈਵਰ ਨੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਪੁਲਿਸ ਦੀਆਂ 2 ਗੱਡੀਆਂ ਨੁਕਸਾਨੀਆਂ ਗਈਆਂ। ਬਾਅਦ ਦੇ ਵਿੱਚ ਗੱਡੀ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਜਾ ਕੇ ਡਿੱਗ ਗਈ। ਪੁਲਿਸ ਵੱਲੋਂ ਡਰਾਈਵਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ। ਇਹ ਡਰਾਈਵਰ ਬਰੈਂਪਟਨ ਵਾਸੀ ਜਸਪੁਨੀਤ ਬਾਜਵਾ ਹੈ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਇਰਾਦਾਈ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਇੰਨਾ ਹੀ ਨਹੀਂ, ਉਸ ਦੇ ਉੱਪਰ ਖਤਰਨਾਕ ਡਰਾਈਵਿੰਗ ਅਤੇ ਚੋਰੀ ਦਾ ਸਮਾਨ ਰੱਖਣ ਦਾ ਵੀ ਮਾਮਲਾ ਦਰਜ ਕੀਤਾ ਗਿਆ। ਕਾਰ ਦੀ ਦੂਸਰੀ ਜਾਣੀ ਕਿ ਪੈਸੇਂਜਰ ਸੀਟ ਦੇ ਉੱਪਰ ਇੱਕ ਵਿਅਕਤੀ ਬੈਠਾ ਹੋਇਆ ਸੀ, ਜਿਸ ਦਾ ਨਾਮ ਭੁਪਿੰਦਰ ਸਿੰਘ ਦੱਸਿਆ ਗਿਆ। ਉਸ ਦੇ ਉੱਪਰ ਵੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਉਸ ਦੇ ਉੱਪਰ ਚੋਰੀ ਦਾ ਸਮਾਨ ਤੇ ਘਰਾਂ ਦੇ ਦਰਵਾਜ਼ੇ ਤਾਕੀਆਂ ਭੰਨਣ ਵਾਲੇ ਸਮਾਨ ਨੂੰ ਰੱਖਣ ਦੇ ਦੋਸ਼ ਵਿੱਚ ਇੱਕ ਅਲੱਗ ਮਾਮਲਾ ਦਰਜ ਕੀਤਾ ਗਿਆ ਹੈ। ਓਨਟਾਰੀਓ ਵੱਲੋਂ ਵੈਕਸੀਨ ਦੇ ਨਾਲ ਸੰਬੰਧਿਤ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਹੁਣ ਦੂਸਰੀ ਡੋਜ਼ ਦੇ ਲਈ ਵੀ ਅਪਾਇੰਟਮੈਂਟ ਬੁੱਕ ਕਰਵਾਈ ਜਾ ਸਕਦੀ ਹੈ। ਇਸ ਦੀ ਜਾਣਕਾਰੀ ਪ੍ਰੀਮੀਅਰ ਡਗਫੋਰਡ ਵੱਲੋਂ ਸਾਂਝੀ ਕੀਤੀ ਗਈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ, ਮੌਜੂਦਾ ਸਮੇਂ ਕੈਨੇਡਾ ਦੇ ਕੀ ਹਾਲਾਤ ਨੇ, ਕਰੋਨਾ ਵਾਇਰਸ ਦੀ ਕੀ ਸਥਿਤੀ ਹੈ, ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ। ਓਨਟਾਰੀਓ ਵੱਲੋਂ ਸੈਕੰਡ ਡੋਜ਼ ਐਲੀਜੀਬਿਲਟੀ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਅਫੀਸ਼ੀਅਲਸ ਦਾ ਕਹਿਣਾ ਹੈ ਕਿ ਗਰਮੀਆਂ ਦੇ ਆਖਿਰ ਤੱਕ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਾਏ ਜਾ ਸਕਣ। ਇਸ ਦੇ ਬਾਰੇ ਪ੍ਰੀਮੀਅਰ ਡਗਫੋਰਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਆਮ ਜ਼ਿੰਦਗੀ ਦੇ ਵੱਲ ਅਸੀਂ ਇੱਕ ਹੋਰ ਕਦਮ ਅੱਗੇ ਆ ਗਏ ਹਾਂ। ਓਨਟਾਰੀਓ ਦੇ ਵਿੱਚ 80 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਦੇ ਲਈ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ, ਜਿਸ ਦੀ ਸ਼ੁਰੂਆਤ ਮਈ 31 ਤੋਂ ਹੋ ਰਹੀ ਹੈ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1273 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 14 ਜਾਣਿਆਂ ਦੀ ਮੌਤ ਇਸ ਵਾਇਰਸ ਦੇ ਕਾਰਨ ਹੋ ਗਈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1023 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 645 ਇੰਟੈਂਸਿਵ ਕੇਅਰ ਅਧੀਨ ਹਨ ਅਤੇ 458 ਵੈਂਟੀਲੇਟਰ ਦੇ ਉੱਪਰ ਨੇ। ਹੁਣ ਤੱਕ 8711 ਲੋਕਾਂ ਦੀ ਜਾਨ ਪ੍ਰੋਵਿੰਸ ਦੇ ਵਿੱਚ ਇਸ ਵਾਇਰਸ ਦੇ ਕਾਰਨ ਜਾ ਚੁੱਕੀ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 419 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ 4 ਮੌਤਾਂ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,69,318 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 11,118 ਦੇ ਕਰੀਬ ਜਾਨਾਂ ਹੁਣ ਤੱਕ ਇੱਥੇ ਵਾਇਰਸ ਦੇ ਕਾਰਨ ਚਲੀਆਂ ਗਈਆਂ। ਹਸਪਤਾਲ ਦੇ ਵਿੱਚ 385 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 91 ਇੰਟੈਂਸਿਵ ਕੇਅਰ ਅਧੀਨ ਨੇ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 497 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਕੋਈ ਵੀ ਮੌਤ ਇਸ ਵਾਇਰਸ ਦੇ ਕਾਰਨ ਬੀਤੇ 24 ਘੰਟਿਆਂ ਦੌਰਾਨ ਦਰਜ ਨਹੀਂ ਕੀਤੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 13.7 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,431 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.1 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਸੇਨ ਹੋਜ਼ੇ ਦੇ ਵਿੱਚ ਜੋ ਭਿਆਨਕ ਗੋਲੀਬਾਰੀ ਹੋਈ, ਉਸ ਦੇ ਵਿੱਚ ਤਪਤੇਜਦੀਪ ਸਿੰਘ ਦੀ ਮੌਤ ਹੋ ਗਈ। ਉਸ ਵੱਲੋਂ ਆਪਣੇ ਬਾਕੀ ਕੁਲੀਗਸ ਨੂੰ ਬਚਾਇਆ ਜਾ ਰਿਹਾ ਸੀ, ਜਿਸ ਦੌਰਾਨ ਉਸਨੇ ਸ਼ਹੀਦੀ ਪਾਈ। ਉਸ ਦੇ ਵਾਸਤੇ GoFundMe ਚਲਾਇਆ ਜਾ ਰਿਹਾ, ਕਿਉਂਕਿ ਤਪਤੇਜ ਆਪਣੇ ਪਰਿਵਾਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ। ਇਸ ਦੇ ਕਰਕੇ ਜੋ ਫੰਡ ਦੇ ਵਿੱਚ ਪੈਸਾ ਇਕੱਠਾ ਹੋਏਗਾ, ਉਹਨਾਂ ਦੀ ਭਲਾਈ ਜਾਣੀ ਕਿ ਪਰਿਵਾਰ ਨੂੰ ਦਿੱਤਾ ਜਾਵੇਗਾ। ਸੇਨ ਹੋਜ਼ੇ ਦੇ ਵਿੱਚ ਪਿਛਲੇ ਦਿਨੀ ਭਿਆਨਕ ਗੋਲੀਬਾਰੀ ਹੋਈ, ਜਿਸ ਦੇ ਵਿੱਚ ਤਪਤੇਜਦੀਪ ਸਿੰਘ ਦੀ ਮੌਤ ਹੋ ਗਈ। ਤਪਤੇਜਦੀਪ ਵੱਲੋਂ ਬਾਕੀਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਸ ਨੂੰ ਗੋਲੀਆਂ ਲੱਗੀਆਂ। VTA ਹੀਰੋ ਤਪਤੇਜਦੀਪ ਸਿੰਘ ਦੇ ਵਾਸਤੇ GoFundMe ਚਲਾਇਆ ਜਾ ਰਿਹਾ ਹੈ। ਇਹ ਫੰਡ ਤਪਤੇਜਦੀਪ ਦੇ ਪਰਿਵਾਰ ਵੱਲੋਂ ਚਲਾਇਆ ਗਿਆ, ਜੋ ਕਿ ਸਿੱਧਾ ਉਸ ਦੇ ਡਿਪੈਂਡੈਂਟਸ ਦੇ ਅਕਾਊਂਟ ਦੇ ਵਿੱਚ ਜਾਵੇਗਾ। 26 ਮਈ 2021 ਨੂੰ ਸੇਨ ਹੋਜ਼ੇ ਦੇ ਵਿੱਚ ਭਿਆਨਕ ਗੋਲੀਬਾਰੀ ਹੋਈ, ਜਿੱਥੇ ਤਪਤੇਜ ਵੱਲੋਂ ਆਪਣੇ ਕੋਲੀਗਸ ਦੀ ਜਾਨ ਬਚਾਈ ਜਾ ਰਹੀ ਸੀ ਤੇ ਇਸ ਦੌਰਾਨ ਉਸਨੇ ਖੁਦ ਸ਼ਹੀਦੀ ਪਾ ਲਈ। ਆਪਣੇ ਪਰਿਵਾਰ ਦੇ ਵਿੱਚ ਤਪਤੇਜ ਸਿੰਘ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਦੇ ਪਿੱਛੇ ਉਸ ਦੀ ਪਤਨੀ, ਬੱਚੇ ਅਤੇ ਬਜ਼ੁਰਗ ਮਾਂ-ਬਾਪ ਰਹਿ ਗਏ ਹਨ, ਜਿਸ ਦੇ ਕਾਰਨ ਪਰਿਵਾਰ ਵੱਲੋਂ GoFundMe ਚਲਾਇਆ ਗਿਆ। ਇਸ ਫੰਡ ਦੇ ਤਹਿਤ $3 ਲੱਖ ਦਾ ਟੀਚਾ ਮਿਥਿਆ ਗਿਆ ਹੈ, ਜੋ ਕਿ ਹੁਣ ਤੱਕ $64,341 ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸੇਨ ਹੋਜ਼ੇ ਦੇ ਵਿੱਚ ਜੋ ਗੋਲੀਬਾਰੀ ਹੋਈ, ਉਸ ਦੌਰਾਨ 8 ਜਾਣਿਆਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚੋਂ ਇੱਕ ਤਪਤੇਜਦੀਪ ਸਿੰਘ ਸੀ, ਜਿਸ ਵੱਲੋਂ ਬਾਕੀਆਂ ਦੀ ਜਾਨ ਬਚਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ ਗਈ। ਭਾਈਚਾਰੇ ਦੇ ਵਿੱਚ ਉਸ ਦੀ ਮੌਤ ਤੋਂ ਬਾਅਦ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ।
ਪਰਿਵਾਰਕ ਮੈਂਬਰ ਵੀ ਆਪਣਾ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਸੂਬਾ ਸਰਕਾਰਾਂ ਵੱਲੋਂ ਸਥਾਈ ਟੈਕ ਕੰਪਨੀਆਂ ਦੀ ਮਦਦ ਕੀਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਪੀਐਨਪੀ ਟੈਕ ਪਾਇਲਟ ਬ੍ਰਿਟਿਸ਼ ਕੋਲੰਬੀਆ ਪੀਐਨਪੀ ਦਾ ਇੱਕ ਵਿਸ਼ੇਸ਼ ਸਥਾਈ ਹਿੱਸਾ ਬਣ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਸੂਬਾ ਸਰਕਾਰ ਵੱਲੋਂ ਸਥਾਨਕ ਟੈਕ ਕੰਪਨੀਆਂ ਦੀ ਮਦਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਪੀਐਨਪੀ ਟੈਕ ਪਾਇਲਟ ਨੂੰ ਸਥਾਈ ਬਣਾਇਆ ਜਾਵੇਗਾ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਟੈਕ ਪਾਇਲਟ ਬ੍ਰਿਟਿਸ਼ ਕੋਲੰਬੀਆ ਪੀਐਨਪੀ ਦਾ ਇੱਕ ਵਿਸ਼ੇਸ਼ ਸਥਾਈ ਹਿੱਸਾ ਬਣ ਜਾਵੇਗਾ। ਇਸ ਦੇ ਨਾਲ ਬ੍ਰਿਟਿਸ਼ ਕੋਲੰਬੀਆ ਆਧਾਰਿਤ ਟੈਕ ਕੰਪਨੀਆਂ ਅੰਤਰਰਾਸ਼ਟਰੀ ਹੁਨਰਮੰਦ ਲੋਕਾਂ ਨੂੰ ਆਪਣੀਆਂ ਕੰਪਨੀਆਂ ਦੇ ਵਿੱਚ ਸ਼ਾਮਲ ਕਰ ਸਕਣਗੀਆਂ। ਜ਼ਿਕਰਯੋਗ ਹੈ ਕਿ ਟੈਕ ਪਾਇਲਟ ਬ੍ਰਿਟਿਸ਼ ਕੋਲੰਬੀਆ ਦੇ ਟੈਕਨੋਲੋਜੀ ਖੇਤਰ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਕਮੀ ਨੂੰ ਦੇਖਦਿਆਂ ਇਸ ਦੀ ਸ਼ੁਰੂਆਤ 2017 ਦੇ ਵਿੱਚ ਕੀਤੀ ਗਈ ਸੀ। ਇਸ ਦੇ ਤਹਿਤ 29 ਟੈਕ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚ ਉਹ ਪੇਸ਼ੇ ਜਾਣੀ ਕਿ ਆਕਿਊਪੇਸ਼ਨ ਸ਼ਾਮਲ ਹਨ ਜਿਨ੍ਹਾਂ ਦੀ ਮੰਗ ਸਭ ਤੋਂ ਵੱਧ ਹੈ, ਜਿਵੇਂ ਕਿ ਕੰਪਿਊਟਰ ਪ੍ਰੋਗਰਾਮ, ਇੰਟਰੈਕਟਿਵ ਮੀਡੀਆ ਡਿਵੈਲਪਰ ਐਂਡ ਸੌਫਟਵੇਅਰ ਇੰਜੀਨੀਅਰ। ਕੋਵਿਡ ਵਾਇਰਸ ਦੇ ਦੌਰਾਨ ਵੀ ਟੈਕ ਪਾਇਲਟ ਦੀ ਡਿਮਾਂਡ ਕਾਫੀ ਰਹੀ। 2020 ਦੇ ਵਿੱਚ ਇਸ ਅਧੀਨ 1885 ਟੈਕ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਜਾਣੀ ਕਿ ਕੈਂਡੀਡੇਟਸ ਨੂੰ ਨੋਮੀਨੇਟ ਕੀਤਾ ਗਿਆ। ਇਸ ਤੋਂ ਪਹਿਲਾਂ 1509 ਨੋਮੀਨੇਸ਼ਨ ਦਿੱਤੇ ਗਏ ਸੀ, ਜਿਸ ਦਾ ਮਤਲਬ ਹੈ ਕਿ 2020 ਦੇ ਦੌਰਾਨ 23% ਵਾਧਾ ਦੇਖਿਆ ਗਿਆ। ਇਸ ਟੈਕ ਪਾਇਲਟ ਦੀ ਮਿਆਦ ਨੂੰ 3 ਵਾਰ ਵਧਾਇਆ ਗਿਆ। ਜੋ ਮਿਆਦ ਵਧਾਈ ਗਈ ਉਹ 30 ਜੂਨ 2021 ਨੂੰ ਖਤਮ ਹੋਣ ਵਾਲੀ ਹੈ, ਪਰ ਫਿਰ ਵੀ ਇਹ ਪਾਇਲਟ ਬ੍ਰਿਟਿਸ਼ ਕੋਲੰਬੀਆ ਪੀਐਨਪੀ ਟੈਕ ਦੇ ਨਾਮ ਦੇ ਹੇਠਾਂ ਚੱਲਦਾ ਰਹੇਗਾ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 215 ਬੱਚਿਆਂ ਦੇ ਮਿਲੇ ਅਵਸ਼ੇਸ਼। ਪ੍ਰੀਮੀਅਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਟਰੂਡੋ ਨੇ ਕੀਤਾ ਚਾਈਲਡ ਬੈਨੀਫਿਟ ਬਾਰੇ ਐਲਾਨ। ਹੁਣ ਪਰਿਵਾਰਾਂ ਨੂੰ ਮਿਲੇਗਾ ਹੋਰ ਵੀ ਫਾਇਦਾ। ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਫੜਿਆ ਨਸ਼ਾ। $1.1 ਮਿਲੀਅਨ ਦੀ ਕੀਮਤ ਦਾ ਨਸ਼ਾ ਬਰਾਮਦ। ਵੈਨਕੂਵਰ ਦੇ ਪਿਓ ਪੁੱਤ ਨੇ ਮਾਰੀ ਠੱਗੀ। $1.75 ਮਿਲੀਅਨ ਦੀ ਮਾਰੀ ਠੱਗੀ। ਕੈਨੇਡਾ ਦੇ ਵਿੱਚ ਹੋਟਲ ਇਕਾਂਤਵਾਸ ਖਤਮ ਕਰਨ ਦੀ ਉੱਠੀ ਮੰਗ। ਮਾਹਿਰਾਂ ਨੇ ਕਿਹਾ ਹੋਟਲ ਇਕਾਂਤਵਾਸ ਕਰੋ ਖਤਮ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।